ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ HR ਪੰਜਾਬੀ ਕਹਾਣੀਆਂ ਤੇ। ਮੇਰੇ ਸੱਸ ਅਤੇ ਸਹੁਰਾ ਸਾਹਿਬ ਹਰ ਸਮੇਂ ਲੜਦੇ ਰਹਿੰਦੇ ਸੀ। ਉਹ ਬੱਚਿਆਂ ਦੀ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੀ ਲੜਾਈ ਝਗੜਾ ਕਰਦੇ ਰਹਿੰਦੇ। ਮੇਰੇ ਸਹੁਰਾ ਸਾਹਿਬ ਮੇਰੀ ਸੱਸ ਨੂੰ ਕਹਿੰਦੇ, ਤੂੰ ਹੁਣ ਮੇਰੇ ਕਿਸੇ ਕੰਮ ਦੀ ਨਹੀਂ ਰਹੀ, ਪਰ ਸੱਸ ਉਹਨੂੰ ਕਹਿੰਦੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾ ਰਹੀ ਹਾਂ। ਉਸ ਸਮੇਂ ਨੂੰ ਕੋਸਦੀ ਹਾਂ ਜਿਸ ਦਿਨ ਮੈਂ ਤੇਰੇ ਨਾਲ ਵਿਆਹ ਲਈ ਹਾਂ ਕੀਤੀ ਸੀ। ਹਰ ਦਿਨ ਇਸ ਤਰ੍ਹਾਂ ਲੜਾਈ ਤੇ ਸ਼ੁਰੂ ਹੋ ਜਾਂਦਾ ਤੇ ਮੇਰੇ ਸੱਸ ਸਹੁਰਾ ਦੀ ਲੜਾਈ ਤੇ ਹੀ ਖਤਮ ਹੋ ਜਾਂਦਾ ਪੂਰਾ ਦਿਨ। ਇੱਕ ਦਿਨ ਮੇਰੀ ਸੱਸ ਨੇ ਆਪਣੇ ਲਈ ਨੌਕਰਾਣੀ ਰੱਖ ਲਈ। ਉਹ ਹਰ ਸਮੇਂ ਸੱਸ ਸਹੁਰੇ ਦੇ ਕਮਰੇ ਵਿੱਚ ਹੀ ਰਹਿੰਦੀ, ਪਰ ਜਦੋਂ ਤੋਂ ਉਹ ਆਈ ਸੀ ਬਹੁਤ ਹੀ ਕਮਜ਼ੋਰ ਹੋ ਰਹੀ ਸੀ। ਜਦ ਕਿ ਮੇਰੀ ਸੱਸ ਅਤੇ ਸਹੁਰਾ ਦੋਨੇ ਬਹੁਤ ਖੁਸ਼ ਰਹਿਣ ਲੱਗੇ, ਹੁਣ ਲੜਾਈ ਝਗੜਾ ਵੀ ਨਹੀਂ ਕਰਦੇ ਸੀ। ਇੱਕ ਦਿਨ ਮੈਂ ਨੌਕਰਾਣੀ ਤੋਂ ਪੁੱਛਿਆ ਕਿ ਤੂੰ ਇੰਨੀ ਕਮਜ਼ੋਰ ਕਿਉਂ ਹੋ ਰਹੀ ਆਂ? ਉਹ ਮੈਨੂੰ ਕਹਿਣ ਲੱਗੀ, ਮੇਰਾ ਹਿਸਾਬ ਪਰਮਾਤਮਾ ਕਰੇਗਾ। ਉਸ ਦੀ ਗੱਲ ਸੁਣ ਕੇ ਮੈਂ ਡਰ ਜਾਂਦੀ। ਇੱਕ ਦਿਨ ਉਹ ਸੱਸ ਸਹੁਰੇ ਲਈ ਚਾਹ ਬਣਾਉਂਦੇ ਹੋਏ ਬੇਹੋਸ਼ ਹੋ ਗਈ। ਮੈਂ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਗਈ। ਜਦੋਂ ਡਾਕਟਰ ਬਾਹਰ ਆਇਆ ਤਾਂ ਉਸਨੇ ਮੈਨੂੰ ਉਸ ਦੀ ਰਿਪੋਰਟ ਦਿਖਾਈ। ਉਹ ਦੇਖ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ 3 ਮਹੀਨੇ। ਮੇਰਾ ਨਾਮ ਅੰਜਲੀ ਹੈ, ਮੈਂ ਹੈਦਰਾਬਾਦ ਦੀ ਰਹਿਣ ਵਾਲੀ ਹਾਂ। ਅਸੀਂ 3 ਭੈਣ ਭਰਾ ਸੀ ਤੇ ਮੇਰੇ ਪਿਤਾ ਜੀ ਦਾ ਮੁਹੱਲੇ ਵਿੱਚ ਇੱਕ ਕਲੀਨਿਕ ਸੀ। ਮੇਰੀ ਮਾਂ ਸਕੂਲ ਵਿੱਚ ਨੌਕਰੀ ਕਰਦੀ ਸੀ। ਅਸੀਂ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਸੀ। ਮੈਂ ਦੋਨਾਂ ਭਰਾਵਾਂ ਤੋਂ ਛੋਟੀ ਸੀ। ਮੈਂ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਮੇਰੀ ਦਾਦੀ ਤੋਂ ਲੈ ਕੇ ਸਾਰੇ ਘਰ ਵਾਲਿਆਂ ਨੂੰ ਮੇਰੇ ਵਿਆਹ ਦਾ ਫਿਕਰ ਸਤਾਉਣ ਲੱਗਿਆ। ਅਜਿਹਾ ਨਹੀਂ ਸੀ ਕਿ ਮੈਂ ਘਰ ਵਾਲਿਆਂ ਤੇ ਬੋਝ ਸੀ, ਪਰ ਮੈਨੂੰ ਬਹੁਤ ਪਿਆਰ ਕਰਦੇ ਸੀ। ਮੈਨੂੰ ਆਪਣੀ ਕਿਸਮਤ ਤੇ ਪੂਰਾ ਯਕੀਨ ਸੀ, ਲੇਕਿਨ ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਅਸੀਂ ਮਿਡਲ ਕਲਾਸ ਲੋਕ ਸੀ, ਬਹੁਤ ਹੱਸੀ ਖੁਸ਼ੀ ਰਹਿੰਦੇ ਸੀ। ਜਿਵੇਂ ਹੀ ਪੇਪਰ ਪੂਰੇ ਹੋਏ ਤੇ ਦਾਦੀ ਨੇ ਮੇਰੇ ਹੱਥ ਵਿੱਚ ਝਾੜੂ ਫੜਾ ਦਿੱਤਾ ਅਤੇ ਕਿਹਾ, ਅੱਜ ਤੋਂ ਸ਼ੁਰੂ ਹੋ ਜਾ, ਘਰ ਦੇ ਸਾਰੇ ਕੰਮਕਾਰ ਸਿੱਖ ਲਾ, ਸਹੁਰੇ ਘਰ ਜਾ ਕੇ ਇਹੀ ਕੰਮ ਆਉਣੇ ਆ। ਮੇਰੀ ਮਾਤਾ ਸਕੂਲ 'ਚ ਹੁੰਦੀ ਸੀ ਤੇ ਦਾਦੀ ਮੇਰੇ ਤੋਂ ਘਰ ਦੇ ਕੰਮ ਕਰਵਾਉਂਦੀ। ਜ਼ਿਆਦਾਤਰ ਖਾਣਾ ਬਣਾਉਣਾ ਮੈਨੂੰ ਉਹਨਾਂ ਨੇ ਸਿਖਾਇਆ ਸੀ। ਹੁਣ ਮੇਰੇ ਲਈ ਕਾਫੀ ਰਿਸ਼ਤੇ ਆਉਣ ਲੱਗੇ ਤੇ ਪਿਤਾ ਜੀ ਉਹ ਰਿਸ਼ਤੇ ਬਾਰੇ ਛਾਣਬੀਣ ਕਰਨ ਲੱਗੇ। ਜਦੋਂ ਮਾਂ ਨੇ ਕਿਹਾ ਉਸ ਦੀ ਇੱਕ ਦੋਸਤ ਆ ਜੋ ਆਪਣੇ ਮੁੰਡੇ ਲਈ ਆਪਣੀ ਬੇਟੀ ਨੂੰ ਦੇਖਣਾ ਚਾਹੁੰਦੀ ਆ, ਪਿਤਾ ਜੀ ਨੇ ਹਾਂ ਕਰ ਦਿੱਤੀ। ਜਦੋਂ ਉਹ ਲੋਕ ਮੈਨੂੰ ਦੇਖਣ ਆਏ ਤਾਂ ਮੇਰੀ ਦਾਦੀ ਨੂੰ ਲੜਕਾ ਪਸੰਦ ਆ ਗਿਆ ਤੇ ਝੱਟ ਮੰਗਣੀ ਪੱਟ ਵਿਆਹ ਕਰ ਦਿੱਤਾ। ਮਾਤਾ ਪਿਤਾ ਤੋਂ ਅਲੱਗ ਹੋਣਾ ਆਸਾਨ ਨਹੀਂ ਹੁੰਦਾ। ਇੱਕ ਔਰਤ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਮਤਿਹਾਨ ਆਉਂਦੇ ਆ। ਦਾਦੀ ਨੇ ਮੈਨੂੰ ਬਹੁਤ ਸਮਝਾਇਆ ਸੀ ਕਿ ਇੱਕ ਸਮਝਦਾਰ ਔਰਤ ਹੀ ਘਰ ਨੂੰ ਜੰਨਤ ਬਣਾ ਦਿੰਦੀ ਹੈ। ਔਰਤ ਵਿੱਚ ਬਰਦਾਸ਼ਤ ਅਤੇ ਸਲੀਕਾ ਹੋਵੇਗਾ ਤਾਂ ਉਹ ਘਰ ਚਲਾ ਸਕਦੀ ਹੈ, ਅਤੇ ਸਭ ਤੋਂ ਜ਼ਰੂਰੀ ਗੱਲ ਉਸ ਨੂੰ ਦਿਲ ਜਿੱਤਣਾ ਆਉਣਾ ਚਾਹੀਦਾ। ਮੇਰੇ ਪਤੀ ਬਹੁਤ ਸੁਲਝੇ ਹੋਏ ਤੇ ਸਮਝਦਾਰ ਆਦਮੀ ਸੀ। ਮੇਰਾ ਨਵਾਂ ਵਿਆਹ ਹੋਇਆ ਤੇ ਮੈਨੂੰ ਉਸ ਘਰ ਵਿੱਚ ਐਡਜਸਟਮੈਂਟ ਨੂੰ ਟਾਈਮ ਲੱਗ ਰਿਹਾ ਸੀ। ਮੇਰੀ ਸੱਸ ਸਹੁਰੇ ਵੀ ਚੰਗੇ ਸੀ, ਮੈਨੂੰ ਕੋਈ ਰੋਕ ਟੋਕ ਨਹੀਂ ਸੀ, ਪਰ ਮੇਰੇ ਸੱਸ ਸਹੁਰੇ ਦਾ ਝਗੜਾ ਹੁੰਦਾ ਰਹਿੰਦਾ ਸੀ। ਉਹ ਛੋਟੀ ਗੱਲ ਤੇ ਲੜਦੇ ਝਗੜਦੇ ਰਹਿੰਦੇ, ਪਰ ਮੈਨੂੰ ਕਦੇ ਕੁਝ ਨਹੀਂ ਕਿਹਾ ਸੀ। ਮੇਰੇ ਪਤੀ ਨੂੰ ਸ਼ਾਇਰੀ ਅਤੇ ਮਿਊਜ਼ਿਕ ਦਾ ਸ਼ੌਂਕ ਸੀ। ਉਹ ਮੇਰੇ ਤੋਂ ਵੀ ਇਹੀ ਉਮੀਦ ਰੱਖਦੇ ਸੀ, ਪਰ ਮੈਂ ਉਸ ਦੇ ਉਲਟ ਸੀ। ਮੇਰੇ ਪਤੀ ਮੇਰੇ ਤੋਂ ਖੁਸ਼ ਨਹੀਂ ਰਹਿੰਦੇ ਸੀ। ਉਹ ਹਰ ਵਕਤ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ, ਮਿਊਜ਼ਿਕ ਸੁਣਦੇ ਰਹਿੰਦੇ। ਜਦੋਂ ਮੈਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹ ਹਾਂ ਹੂੰ ਵਿੱਚ ਜਵਾਬ ਦਿੰਦੇ। ਮੈਂ ਬਹੁਤ ਬੋਲਦੀ ਸੀ। ਮੇਰੇ ਘਰ ਵਾਲੇ ਵੀ ਮੇਰੀ ਆਦਤ ਤੋਂ ਪਰੇਸ਼ਾਨ ਸੀ। ਮੇਰੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਸੀ। ਫਿਰ ਇੱਕ ਦਿਨ ਮੈਂ ਆਪਣੇ ਪਤੀ ਤੋਂ ਪੁੱਛਿਆ, ਪਰ ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਤਾਂ ਤੁਸੀਂ ਹਾਂ ਹੂੰ ਵਿੱਚ ਜਵਾਬ ਕਿਉਂ ਦਿੰਦੇ ਹੋ? ਕਿ ਤੁਹਾਨੂੰ ਮੇਰੇ ਨਾਲ ਗੱਲ ਕਰਨਾ ਵਧੀਆ ਨਹੀਂ ਲੱਗਦਾ? ਤੁਹਾਨੂੰ ਤਾਂ ਮੇਰਾ ਕੋਈ ਖਿਆਲ ਨਹੀਂ। ਮੈਂ ਬੋਲੀ ਜਾ ਰਹੀ ਸੀ। ਫਿਰ ਮੇਰੇ ਪਤੀ ਨੇ ਕਿਹਾ, ਤੂੰ ਚੁੱਪ ਕਰ ਜਾ, ਹਰ ਸਮੇਂ ਤੇਰੀ ਟਰ ਲੱਗੀ ਰਹਿੰਦੀ ਆ। ਮੈਂ ਤੇਰੀ ਇਹ ਬਕਵਾਸ ਤੋਂ ਤੰਗ ਆ ਗਿਆ। ਉਹ ਗੁੱਸੇ ਅਤੇ ਉੱਚੀ ਆਵਾਜ਼ ਵਿੱਚ ਬੋਲ ਰਹੇ ਸੀ। ਮੈਨੂੰ ਉਹਨਾਂ ਦੀ ਸ਼ਕਲ ਦੇਖ ਕੇ ਹੈਰਾਨੀ ਹੋਈ। ਮੈਨੂੰ ਅਚਾਨਕ ਝਟਕਾ ਜਿਹਾ ਲੱਗਿਆ ਤੇ ਮੈਂ ਖੁਦ ਨੂੰ ਨਾਰਮਲ ਕੀਤਾ। ਮੈਂ ਕਿਹਾ, ਚੰਗਾ ਜੀ, ਮਾਫ਼ ਕਰ ਦਿਓ। ਉਹ ਬੋਲੇ, ਨਹੀਂ, ਤੂੰ ਬੋਲਦੀ ਰਹਿ, ਮੇਰੇ ਉੱਤੇ ਅਹਿਸਾਨ ਕਰਨ ਦੀ ਜ਼ਰੂਰਤ ਨਹੀਂ। ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਤੇਰੇ ਨਾਲ ਕੀ ਗੱਲ ਕਰਾਂ? ਮੈਨੂੰ ਤੇਰੇ ਵਾਂਗੂ ਬਕਵਾਸ ਕਰਨ ਦਾ ਸ਼ੌਂਕ ਨਹੀਂ। ਮੈਂ ਸਮਝ ਨਹੀਂ ਸਕੀ ਕਿ ਮੇਰੇ ਪਤੀ ਨੂੰ ਕਿਸ ਗੱਲ ਦਾ ਗੁੱਸਾ ਸੀ। ਮੇਰੇ ਮਾਤਾ ਪਿਤਾ ਨੇ ਜਲਦੀ ਮੇਰਾ ਵਿਆਹ ਕਰ ਦਿੱਤਾ ਸੀ। ਮੇਰੀ ਉਮਰ 20 ਸਾਲ ਸੀ। ਮੈਂ ਉੱਥੋਂ ਉੱਠ ਕੇ ਕਿਚਨ ਵਿੱਚ ਚਲੀ ਗਈ। ਉਸ ਦਿਨ ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਇੱਕ ਦਿਨ ਮੇਰੇ ਪਤੀ ਮੇਰੀ ਸੱਸ ਦੇ ਕਮਰੇ ਵਿੱਚ ਬੈਠੇ ਉਹਨਾਂ ਨੂੰ ਕਹਿ ਰਹੇ ਸੀ, ਮਾਂ ਅੰਜਲੀ ਸਿਰਫ BA ਕੀਤੀ ਹੋਈ ਆ,
ਉਸ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ, ਨਾ ਹੀ ਕੋਈ ਸਲੀਕਾ। ਤੁਸੀਂ ਇੱਕ ਘੱਟ ਉਮਰ ਦੀ ਲੜਕੀ ਮੇਰੇ ਪੱਲੇ ਬੰਨ੍ਹ ਦਿੱਤੀ। ਤੁਹਾਨੂੰ ਮੇਰੇ ਬਾਰੇ ਸੋਚਣਾ ਚਾਹੀਦਾ ਸੀ, ਤੁਹਾਨੂੰ ਮੇਰੀ ਪਸੰਦ ਬਾਰੇ ਖਿਆਲ ਰੱਖਣਾ ਚਾਹੀਦਾ ਸੀ। ਇੰਨੇ ਨੂੰ ਮੇਰੀ ਸੱਸ ਬੋਲੀ, ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਬੇਟੇ। ਅੰਜਲੀ ਦੀ ਮਾਂ ਦਾ ਮੇਰੇ ਸਿਰ ਉੱਤੇ ਬਹੁਤ ਵੱਡਾ ਅਹਿਸਾਨ ਆ ਜੋ ਮੈਂ ਕਦੇ ਉਤਾਰ ਨਹੀਂ ਸਕਦੀ। ਜੇ ਅੰਜਲੀ ਘੱਟ ਪੜ੍ਹੀ ਲਿਖੀ ਹੈ ਤਾਂ ਕੀ ਹੋਇਆ, ਤੂੰ ਉਸ ਨੂੰ ਪੜ੍ਹਨ ਲਾ ਲੈ। ਅਜੇ ਉਸ ਦੀ ਉਮਰ ਘੱਟ ਆ, ਤੂੰ ਜਿਵੇਂ ਉਸ ਨੂੰ ਢਾਲ ਲਵੇਂਗਾ ਉਹ ਟਲ ਜਾਵੇਗੀ। ਬਾਕੀ ਬਰਾਬਰ ਦੀ ਪੜ੍ਹਾਈ ਨਾਲ ਘਰ ਨਹੀਂ ਬਣਦੇ। ਘਰ ਬਣਾਉਣ ਦੇ ਲਈ ਔਰਤ ਨੂੰ ਸਮਝਦਾਰੀ, ਸਭ ਰਿਸ਼ਤੇ ਨਿਭਾਉਣਾ, ਵੱਡਿਆਂ ਦਾ ਆਦਰ ਕਰਨਾ ਆਉਣਾ ਚਾਹੀਦਾ। ਤੂੰ ਉਸ ਦੀਆਂ ਬੁਰਾਈਆਂ ਨੂੰ ਛੱਡ ਕੇ ਉਸ ਦੀਆਂ ਅੱਛਾਈਆਂ ਨੂੰ ਦੇਖ। ਮੇਰੇ ਪਤੀ ਸਿਰ ਝੁਕਾਈ ਬੈਠੇ ਸੀ। ਮੇਰੀ ਨਿਗਾਹ ਵਿੱਚ ਮੇਰੀ ਸੱਸ ਦਾ ਬਹੁਤ ਜ਼ਿਆਦਾ ਮਹੱਤਵ ਵੱਧ ਗਿਆ ਸੀ। ਮੇਰੀ ਮਾਂ ਵੀ ਇਹੀ ਕਹਿੰਦੀ ਹੁੰਦੀ ਸੀ, ਬੇਟਾ ਤੇਰੀ ਸੱਸ ਬਹੁਤ ਚੰਗੀ ਔਰਤ ਆ, ਉਹ ਤੇਰੇ ਨਾਲ ਕਦੇ ਗਲਤ ਨਹੀਂ ਹੋਣ ਦੇਵੇਗੀ। ਪਰ ਉਸ ਦੇ ਨਾਲ ਬਹੁਤ ਗਲਤ ਹੋਇਆ। ਉਹ ਇੱਕ ਟੁੱਟੀ ਹੋਈ ਔਰਤ ਹੈ। ਤੂੰ ਉਸ ਨੂੰ ਜਿੰਨਾ ਪਿਆਰ ਦੇਵੇਂਗੀ ਉਹ ਉਸ ਤੋਂ ਜ਼ਿਆਦਾ ਪਿਆਰ ਦੇਵੇਗੀ। ਪਰ ਪਤਾ ਨਹੀਂ ਮੇਰੀ ਮਾਂ ਦਾ ਉਸ ਉੱਤੇ ਕੀ ਅਹਿਸਾਨ ਸੀ। ਖੈਰ, ਮੇਰੇ ਪਤੀ ਦਾ ਵਰਤਾਵ ਉਸ ਦਿਨ ਤੋਂ ਬਦਲ ਗਿਆ। ਇੱਕ ਦਿਨ ਉਹ ਮੈਨੂੰ ਕਾਲਜ ਲੈ ਗਿਆ ਤੇ ਮੇਰਾ ਐਡਮਿਸ਼ਨ ਕਰਵਾਇਆ। ਹੁਣ ਉਹ ਆਪਣੀਆਂ ਗੱਲਾਂ 'ਤੇ ਸ਼ਰਮਿੰਦਾ ਸੀ ਤੇ ਮੈਂ ਨਖਰੇ ਦਿਖਾ ਰਹੀ ਸੀ। ਹੌਲੀ ਹੌਲੀ ਕਰਕੇ ਸਾਡੇ ਵਿੱਚ ਨੇੜਤਾ ਵੱਧ ਗਈ ਤੇ ਮੈਂ ਸਮਝ ਗਈ ਸੀ ਕਿ ਮੇਰੇ ਪਤੀ ਬਹੁਤ ਵਧੀਆ ਇਨਸਾਨ ਆ, ਬਸ ਉਹਨਾਂ ਦਾ ਸੁਭਾਅ ਥੋੜ੍ਹਾ ਗਰਮ ਸੀ। ਇੰਝ ਹੀ ਸਮਾਂ ਬੀਤਦਾ ਗਿਆ ਤੇ ਮੇਰੀ ਸੱਸ ਦੇ ਸੁਭਾਅ ਵਿੱਚ ਫਰਕ ਪੈਣ ਲੱਗਾ। ਹੁਣ ਮੇਰੇ ਸੱਸ ਸਹੁਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਲੜਨ ਲੱਗੇ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ। ਮੇਰੀ ਸੱਸ ਸਾਰਾ ਦਿਨ ਕਮਰੇ ਵਿੱਚ ਬੰਦ ਰਹਿੰਦੀ। ਅਚਾਨਕ ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਤੇ ਮੈਂ ਪ੍ਰੈਗਨੈਂਟ ਹੋ ਗਈ। ਮੇਰੇ ਪਤੀ ਬਹੁਤ ਖੁਸ਼ ਸਨ, ਪਰ ਇਸ ਕਰਕੇ ਮੈਨੂੰ ਆਪਣੀ ਪੜ੍ਹਾਈ ਵਿੱਚੇ ਹੀ ਛੱਡਣੀ ਪਈ। ਇੱਕ ਦਿਨ ਸਾਡੇ ਘਰ ਬੁੱਢੀ ਔਰਤ ਆਈ। ਉਸ ਦੀ ਹਾਲਤ ਬਹੁਤ ਖਰਾਬ ਸੀ। ਉਸ ਦੇ ਗੰਦੇ ਕੱਪੜੇ ਤੇ ਟੁੱਟੇ ਹੋਏ ਜੁੱਤੇ ਪਾਏ ਹੋਏ ਸੀ। ਉਸ ਨੂੰ ਦੇਖ ਕੇ ਮੇਰੀ ਸੱਸ ਨੇ ਮੈਨੂੰ ਕਮਰੇ ਵਿੱਚ ਜਾਣ ਲਈ ਕਹਿ ਦਿੱਤਾ। ਜਦੋਂ ਉਹ ਚਲੀ ਗਈ ਤਾਂ ਮੈਂ ਸੱਸ ਤੋਂ ਪੁੱਛਿਆ, ਇਹ ਕੌਣ ਸੀ? ਤਾਂ ਉਸਨੇ ਕਿਹਾ, ਇਹ ਮੰਗਣ ਵਾਲੀ ਸੀ। ਫਿਰ ਮੈਂ ਆਪਣੇ ਪੇਕੇ ਚਲੀ ਗਈ। ਜਦੋਂ ਮੈਂ ਪੇਕਿਆਂ ਤੋਂ ਵਾਪਸ ਆਈ ਤਾਂ ਮੇਰੀ ਸੱਸ ਨੇ ਆਪਣੇ ਲਈ ਨੌਕਰਾਣੀ ਰੱਖ ਲਈ। ਉਹ ਬਹੁਤ ਹੀ ਗਰੀਬ ਲੜਕੀ ਸੀ। ਉਹ ਹਰ ਸਮੇਂ ਸੱਸ ਸਹੁਰੇ ਦੇ ਕਮਰੇ ਵਿੱਚ ਹੀ ਰਹਿੰਦੀ। ਮੇਰੇ ਸੱਸ ਸਹੁਰਾ ਹੁਣ ਖੁਸ਼ ਸੀ। ਮੈਂ ਵੀ ਹੈਰਾਨ ਸੀ ਕਿ ਹੁਣ ਉਹ ਲੜਾਈ ਕਿਉਂ ਨਹੀਂ ਕਰਦੇ, ਪਰ ਜਦੋਂ ਤੋਂ ਉਹ ਆਈ ਸੀ ਬਹੁਤ ਹੀ ਕਮਜ਼ੋਰ ਹੋ ਗਈ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੰਨੀ ਕਮਜ਼ੋਰ ਕਿਉਂ ਆ? ਤਾਂ ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਦੋਨੇ ਪਤੀ ਪਤਨੀ ਨਾਲ ਹਿਸਾਬ ਪਰਮਾਤਮਾ ਲਾਊਗਾ। ਉਸ ਦੀ ਗੱਲ ਸੁਣ ਕੇ ਮੈਂ ਡਰ ਗਈ, ਕਿਉਂਕਿ ਮੈਂ ਮਾਂ ਬਣਨ ਵਾਲੀ ਸੀ। ਮੈਂ ਸੋਚਦੀ ਸੀ ਕਿ ਉਸ ਦੀ ਬਦਦੁਆ ਮੈਨੂੰ ਨਾ ਲੱਗ ਜਾਵੇ, ਕਿਉਂਕਿ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਉਸ ਦਾ ਸਰੀਰ ਪੀਲਾ ਪੈ ਰਿਹਾ ਸੀ। ਤੁਰਦੀ ਸੀ ਤਾਂ ਇੰਝ ਲੱਗਦਾ ਸੀ ਕਿ ਹੁਣ ਡਿੱਗੀ, ਹੁਣ ਡਿੱਗੀ। ਕਿਚਨ ਵਿੱਚ ਇੱਕ ਦਿਨ ਸੱਸ ਲਈ ਚਾਹ ਬਣਾ ਰਹੀ ਸੀ ਤਾਂ ਉਹ ਬੇਹੋਸ਼ ਹੋ ਗਈ। ਮੈਂ ਡਰਦੀ ਡਰਦੀ ਚੱਕ ਕੇ ਉਸ ਨੂੰ ਹਸਪਤਾਲ ਲੈ ਗਈ। ਜਿਵੇਂ ਹੀ ਡਾਕਟਰ ਬਾਹਰ ਆਇਆ ਤਾਂ ਉਸਨੇ ਪੁਲਿਸ ਬੁਲਾ ਲਈ। ਮੈਂ ਡਰ ਗਈ। ਡਾਕਟਰ ਨੇ ਮੈਨੂੰ ਉਸ ਦੀ ਰਿਪੋਰਟ ਦਿਖਾਈ ਤਾਂ ਜਿਸ ਨੂੰ ਪੜ੍ਹ ਕੇ ਮੈਂ ਸੁੰਨ ਰਹਿ ਗਈ। ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਸੱਸ 3 ਮਹੀਨਿਆਂ ਤੋਂ ਉਸ ਦੇ ਨਾਲ ਗਲਤ ਕਰ ਰਹੀ ਸੀ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਾ ਆਇਆ। ਮੇਰੀ ਸੱਸ ਇੰਨੀ ਘਟੀਆ ਹਰਕਤ ਕਿਵੇਂ ਕਰ ਸਕਦੀ ਆ? ਪੁਲਿਸ ਮੇਰੀ ਸੱਸ ਨੂੰ ਫੜਨ ਲਈ ਘਰ ਆ ਗਈ। ਮੇਰੇ ਪਤੀ ਨੇ ਬੜੀ ਮੁਸ਼ਕਲ ਨਾਲ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਮੇਰੇ ਪਤੀ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਡਾਕਟਰ ਜੋ ਕਹਿ ਰਹੀ ਆ ਕਿ ਇਹ ਸੱਚ ਆ? ਉਹ ਕਿਉਂ ਮਿੰਨਾ ਮਿੰਨਾ ਮੁਸਕਰਾ ਰਹੀ ਸੀ। ਫਿਰ ਮੇਰੀ ਸੱਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤੇ ਕਿਵੇਂ ਉਹ ਇੰਨਾ ਵੱਡਾ ਪਾਪ ਕਰਨ ਲਈ ਇਸ ਮੋੜ 'ਤੇ ਆਈ। ਮੇਰੀ ਸੱਸ ਨੇ ਦੱਸਿਆ ਕਿ ਜਦੋਂ ਮੇਰਾ ਪਹਿਲਾ ਵਿਆਹ ਹੋਇਆ ਸੀ ਤਾਂ ਮੈਂ ਬਿਲਕੁਲ ਅੰਜਲੀ ਦੀ ਤਰ੍ਹਾਂ ਸੀ। ਫਰਕ ਸਿਰਫ ਇੰਨਾ ਸੀ ਕਿ ਅੰਜਲੀ ਨੂੰ ਸਮਝਾਉਣ ਵਾਲੇ ਬਹੁਤ ਸਾਰੇ ਲੋਕ ਆ, ਪਰ ਮੈਂ ਇਸ ਭਰੀ ਦੁਨੀਆ ਵਿੱਚ ਇਕੱਲੀ ਸੀ ਤੇ ਬਸ ਇੱਕ ਸਹੇਲੀ ਸੀ ਜੋ ਅੰਜਲੀ ਦੀ ਮਾਂ। ਉਹ ਮੇਰਾ ਬਹੁਤ ਖਿਆਲ ਰੱਖਦੀ ਸੀ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਸੱਸ ਨਣਦਾਂ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ। ਮੇਰੇ ਪਤੀ ਦੇ ਸਾਹਮਣੇ ਉਹ ਵਧੀਆ ਬਣਨ ਦਾ ਨਾਟਕ ਕਰਦੀਆਂ। ਸਮੇਂ ਦੇ ਨਾਲ ਨਾਲ ਮੇਰੇ ਪਤੀ ਨੇ ਵੀ ਮੇਰਾ ਸਾਥ ਨਾ ਦਿੱਤਾ। ਉਹ ਵੀ ਆਪਣੀ ਮਾਂ ਤੇ ਭੈਣਾਂ ਦੀਆਂ ਸੁਣਨ ਲੱਗਿਆ। ਜਦੋਂ ਮੈਂ ਕਦੇ ਵੀ ਤਿਆਰ ਹੁੰਦੀ ਤਾਂ ਮੇਰੀ ਨਣਦ ਜਾਣ-ਬੁੱਝ ਕੇ ਮੇਰੇ ਕੱਪੜੇ ਖਰਾਬ ਕਰ ਦਿੰਦੀ। ਕਦੇ ਕਦੇ ਤਾਂ ਉਹ ਮੇਰੇ ਕੱਪੜੇ ਜਲਾਉਣ ਦੀ ਕੋਸ਼ਿਸ਼ ਕਰਦੀ। ਇੱਕ ਵਾਰ ਜਦੋਂ ਮੈਂ ਮਾਂ ਬਣਨ ਵਾਲੀ ਸੀ ਤਾਂ ਡਾਕਟਰ ਨੇ ਮੈਨੂੰ ਬੈੱਡ ਰੈਸਟ ਦੱਸਿਆ ਸੀ, ਤਾਂ ਮੇਰੀ ਨਣਦ ਨੇ ਜਾਣ-ਬੁੱਝ ਕੇ ਮੇਰੇ ਤੋਂ ਕੰਮ ਕਰਵਾਇਆ ਤੇ ਮੈਂ ਜਿਹੜਾ ਖਾਣਾ ਬਣਾਉਂਦੀ ਉਸ ਨੂੰ ਖਰਾਬ ਕਰ ਦਿੰਦੀ। ਕਦੇ ਉਸ ਵਿੱਚ ਬਾਲ ਸੁੱਟ ਦਿੰਦੀ ਤੇ ਕਦੇ ਨਮਕ ਜ਼ਿਆਦਾ ਪਾ ਦਿੰਦੀ।
ਜੇ ਇਹ ਗੱਲਾਂ ਮੈਂ ਆਪਣੇ ਪਤੀ ਨੂੰ ਦੱਸਦੀ ਤਾਂ ਉਹ ਮੇਰੇ 'ਤੇ ਵਿਸ਼ਵਾਸ ਨਾ ਕਰਦੇ। ਮੈਂ ਸੱਸ ਤੇ ਨਣਦਾਂ ਦੇ ਅਤਿਆਚਾਰ ਤੋਂ ਕਮਜ਼ੋਰ ਹੋਣ ਲੱਗੀ ਤੇ ਮੇਰਾ ਗਰਭਪਾਤ ਹੋ ਗਿਆ। ਹਰ ਔਰਤ ਨੂੰ ਆਪਣੇ ਪਹਿਲੇ ਬੱਚੇ ਨਾਲ ਬਹੁਤ ਮੁਹੱਬਤ ਹੁੰਦੀ ਹੈ। ਮੇਰੇ ਬੱਚੇ ਨੂੰ ਮੇਰੀ ਨਣਦ ਨੇ ਮਾਰ ਦਿੱਤਾ। ਜਦੋਂ ਮੈਂ ਇਹ ਸਭ ਹੁੰਦਾ ਹੋਇਆ ਅਤਿਆਚਾਰ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਮੈਨੂੰ ਹੀ ਕੁੱਟਣ ਲੱਗੇ ਕਿ ਮੈਂ ਉਹਨਾਂ ਦੀ ਮਾਂ ਤੇ ਭੈਣ ਤੇ ਝੂਠਾ ਇਲਜ਼ਾਮ ਲਾ ਰਹੀ ਹਾਂ। ਉਹ ਮੈਨੂੰ ਕਹਿਣ ਲੱਗਿਆ, ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾ ਰਿਹਾ ਹਾਂ। ਜਦੋਂ ਇਹ ਸਭ ਹੋ ਰਿਹਾ ਸੀ ਤਾਂ ਮੇਰੀ ਨਨਾਣ ਪਰਦੇ ਦੇ ਓਹਲੇ ਖੜ ਕੇ ਹੱਸ ਰਹੀ ਸੀ। ਮੈਂ ਘਰ ਛੱਡ ਕੇ ਜਾਂਦੀ ਵੀ ਤਾਂ ਕਿੱਥੇ ਜਾਂਦੀ, ਕਿਉਂਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਕੁਝ ਸਾਲ ਇਸ ਤਰ੍ਹਾਂ ਹੀ ਗੁਜ਼ਰ ਗਏ। ਇੱਕ ਦਿਨ ਮੇਰੀ ਸੱਸ ਅਤੇ ਨਨਾਣ ਨੇ ਮੈਨੂੰ ਸਟੋਰ ਰੂਮ ਵਿੱਚ ਬੰਦ ਕਰ ਦਿੱਤਾ ਅਤੇ ਉੱਥੇ ਇੱਕ ਲੜਕੇ ਨੂੰ ਭੇਜ ਦਿੱਤਾ। ਇਸ ਸਮੇਂ ਮੇਰਾ ਪਤੀ ਘਰ ਆ ਗਿਆ। ਮੈਂ ਦੁਬਾਰਾ ਮਾਂ ਬਣਨ ਵਾਲੀ ਸੀ। ਮੇਰੇ ਪਤੀ ਨੇ ਮੇਰੇ ਬੱਚੇ ਨੂੰ ਨਜਾਇਜ਼ ਕਹਿ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਨੂੰ ਮੇਰੀ ਸਹੇਲੀ ਅੰਜਲੀ ਦੀ ਮਾਂ ਨੇ ਆਪਣੇ ਘਰ ਵਿੱਚ ਜਗ੍ਹਾ ਦਿੱਤੀ। ਉਸਨੇ ਦਿਨ ਰਾਤ ਆਪਣੇ ਸਹੁਰੇ ਘਰ ਵਾਲਿਆਂ ਦੇ ਤਾਨੇ ਸੁਣੇ ਤੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ। ਉਸਨੇ ਮੇਰਾ ਪੂਰਾ ਸਾਥ ਦਿੱਤਾ। ਮੇਰੇ ਇੱਥੇ ਬੇਟਾ ਪੈਦਾ ਹੋਇਆ ਜੋ ਕਿ ਤੂੰ ਆ। ਮੇਰੀ ਸੱਸ ਨੇ ਮੇਰੇ ਪਤੀ ਦੇ ਵੱਲ ਇਸ਼ਾਰਾ ਕਰਕੇ ਕਿਹਾ। ਫਿਰ ਉਹ ਮੈਨੂੰ ਲੈਣ ਆਇਆ ਕਿਉਂਕਿ ਮੇਰੀ ਨਣਦ ਕਿਸੇ ਲੜਕੇ ਦੇ ਨਾਲ ਭੱਜ ਗਈ ਸੀ। ਮੇਰਾ ਪਤੀ ਰੋ ਰੋ ਕੇ ਮੇਰੇ ਤੋਂ ਮਾਫ਼ੀ ਮੰਗ ਰਿਹਾ ਸੀ। ਮੈਂ ਵੀ ਉਸ ਨੂੰ ਆਪਣੇ ਬੇਟੇ ਦੀ ਖਾਤਰ ਮਾफ़ ਕਰ ਦਿੱਤਾ। ਕੁਝ ਦਿਨਾਂ ਬਾਅਦ ਮੇਰੇ ਪਤੀ ਨੇ ਆਪਣੇ ਭੈਣ ਦੇ ਸਦਮੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਇਸ ਗਮ ਵਿੱਚ ਮੇਰੀ ਸੱਸ ਵੀ ਚੱਲ ਵਸੀ ਤੇ ਮੈਂ ਇੱਕ ਵਾਰ ਫਿਰ ਤੋਂ ਇਕੱਲੀ ਰਹਿ ਗਈ। ਕੁਝ ਸਮੇਂ ਬਾਅਦ ਮੈਂ ਬੇਟੇ ਦੀ ਖਾਤਰ ਦੂਜਾ ਵਿਆਹ ਕਰਵਾ ਲਿਆ, ਪਰ ਮੈਂ ਪਹਿਲਾਂ ਵਰਗੀ ਨਹੀਂ ਰਹੀ ਸੀ। ਅੰਦਰ ਤੋਂ ਮੁਰਦਾ ਹੋ ਗਈ ਸੀ। ਸਮਾਂ ਬੀਤਦਾ ਗਿਆ। ਇੱਕ ਦਿਨ ਆਪਣੇ ਘਰੇ ਇੱਕ ਔਰਤ ਆਈ ਸੀ ਜਿਸ ਨੂੰ ਮੈਂ ਭਿਖਾਰਨ ਕਿਹਾ ਸੀ। ਉਹ ਮੇਰੀ ਨਣਦ ਸੀ ਜੋ ਘਰ ਤੋਂ ਭੱਜ ਗਈ ਸੀ। ਉਸਨੇ ਹੱਥ ਜੋੜ ਕੇ ਮੇਰੇ ਸਾਹਮਣੇ ਮਾਫ਼ੀ ਮੰਗੀ ਤੇ ਕਿਹਾ ਕਿ ਮੈਂ ਉਸਦੀ ਬੇਟੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਦੇਵਾਂ, ਕਿਉਂਕਿ ਉਸਨੇ ਜਿਸ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਉਹ ਇੱਕ ਜੁਆਰੀ ਅਤੇ ਨਸ਼ੇੜੀ ਸੀ। ਉਸਦੀ ਬੇਟੀ ਜਵਾਨ ਹੋਣ ਲੱਗੀ, ਇਸ ਲਈ ਉਸ ਨੂੰ ਇਸ ਤੋਂ ਖਤਰਾ ਸੀ। ਉਸਦੀ ਬੇਟੀ ਨੂੰ ਵੇਚ ਨਾ ਦੇਵੇ। ਉਸਨੇ ਮੈਨੂੰ ਪਹਿਲੇ ਪਤੀ ਦਾ ਵਾਸਤਾ ਦਿੱਤਾ। ਮੈਂ ਉਸ ਨੂੰ ਨੌਕਰਾਣੀ ਬਣਾ ਕੇ ਘਰ ਰੱਖ ਲਿਆ। ਜਿਸ ਨੂੰ ਤੁਸੀਂ ਹੁਣ ਨੌਕਰਾਣੀ ਸਮਝ ਰਹੇ ਹੋ ਉਹ ਤੇਰੀ ਭੂਆ ਦੀ ਬੇਟੀ ਆ। ਉਹ ਭੂਆ ਜਿਸ ਨੇ ਮੈਨੂੰ ਅੱਧਾ ਪਾਗਲ ਕਰ ਦਿੱਤਾ ਸੀ। ਮੈਨੂੰ ਉਸ ਔਰਤ ਨਾਲ ਇੰਨੀ ਨਫ਼ਰਤ ਆ ਕਿ ਮੈਂ ਉਸ ਨੂੰ ਜਿਉਂਦੇ ਜੀ ਕਦੇ ਮਾਫ਼ ਨਹੀਂ ਕਰ ਸਕਦੀ। ਉਸ ਨੇ ਮੇਰੇ ਨਾਲ ਜੋ ਕੀਤਾ ਮੈਂ ਉਸ ਨੂੰ ਕਦੇ ਭੁੱਲ ਨਹੀਂ ਸਕਦੀ। ਮੇਰੇ ਜ਼ਖਮ ਫਿਰ ਤੋਂ ਹਰੇ ਹੋ ਗਏ। ਮੈਂ ਉਸ ਦੀ ਬੇਟੀ ਨਾਲ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸਾਰੀ ਰਾਤ ਸੌਣ ਨਾ ਦਿੰਦੀ ਤੇ ਉਸ ਤੋਂ ਆਪਣੀ ਤੇ ਆਪਣੇ ਪਤੀ ਦੀ ਮਾਲਿਸ਼ ਕਰਵਾਉਂਦੀ। ਜਦੋਂ ਉਸ ਨੂੰ ਨੀਂਦ ਆਉਂਦੀ ਤਾਂ ਮੈਂ ਉਸ ਦੇ ਥੱਪੜ ਮਾਰਦੀ, ਜਿਸ ਨਾਲ ਉਸ ਦੀ ਅਜਿਹੀ ਹਾਲਤ ਹੋ ਗਈ ਜਿਵੇਂ ਇੱਕ ਦਿਨ ਮੇਰੀ ਨਾਲ ਹੋਈ ਸੀ। ਜਦੋਂ ਮੈਂ ਉਸ ਦੀ ਬੇਟੀ ਨੂੰ ਦੇਖਦੀ ਹਾਂ ਤਾਂ ਮੈਨੂੰ ਉਸ ਵਿੱਚ ਉਹੀ ਦਿਖ ਰਹੀ ਆ। ਉਹ ਮੇਰੇ ਕੋਲ ਵਾਰ-ਵਾਰ ਮਾਫੀਆਂ ਮੰਗਣ ਆਉਂਦੀ ਸੀ। ਕੁਝ ਦਿਨ ਪਹਿਲਾਂ ਉਸ ਦੇ ਪਤੀ ਨੇ ਉਸ ਨੂੰ ਮਾਰ ਦਿੱਤਾ ਤੇ ਆਪ ਜੇਲ੍ਹ ਵਿੱਚ ਚਲਿਆ ਗਿਆ। ਮੇਰੀ ਸੱਸ ਹੌਂਕੇ ਲੈ ਲੈ ਕੇ ਰੋ ਰੋ ਕੇ ਦੱਸ ਰਹੀ ਸੀ ਤੇ ਸਾਡੀਆਂ ਵੀ ਅੱਖਾਂ ਵਿੱਚ ਹੰਝੂ ਸੀ। ਮੇਰੀ ਸੱਸ ਦੇ ਨਾਲ ਜੋ ਅਤੀਤ ਵਿੱਚ ਹੋਇਆ ਸੀ ਉਹ ਬਹੁਤ ਗਲਤ ਸੀ, ਪਰ ਹੁਣ ਉਹ ਉਸ ਲੜਕੀ ਨਾਲ ਜੋ ਕਰ ਰਹੀ ਸੀ ਉਹ ਵੀ ਬਹੁਤ ਗਲਤ ਸੀ, ਕਿਉਂਕਿ ਉਹ ਮੇਰੀ ਸੱਸ ਦੇ ਘਰ ਦੀ ਇੱਜ਼ਤ ਸੀ। ਉਹ ਲੜਕੀ ਮੇਰੇ ਸੱਸ ਦੇ ਪੈਰ ਫੜ ਕੇ ਬੈਠ ਗਈ ਤੇ ਕਹਿ ਰਹੀ ਸੀ, ਆਂਟੀ ਜੋ ਕੁਝ ਤੁਹਾਡੇ ਨਾਲ ਹੋਇਆ ਇਸ ਵਿੱਚ ਮੇਰਾ ਕੀ ਕਸੂਰ? ਤੁਸੀਂ ਵੀ ਮੇਰੇ ਨਾਲ ਉਹੀ ਕਰ ਰਹੇ ਹੋ ਜੋ ਮੇਰੀ ਮਾਂ ਨੇ ਤੁਹਾਡੇ ਨਾਲ ਕੀਤਾ ਸੀ। ਤੁਸੀਂ ਸਿਰਫ ਇੱਕ ਵਾਰ ਮੈਨੂੰ ਤੇ ਮੇਰੀ ਮਾਂ ਨੂੰ ਮਾਫ਼ ਕਰ ਦਿਓ। ਮੈਂ ਤੁਹਾਡੀ ਸਾਰੀ ਉਮਰ ਨੌਕਰਾਣੀ ਬਣ ਕੇ ਰਹਾਂਗੀ। ਮੇਰੀ ਸੱਸ ਨੇ ਉਸ ਨੂੰ ਦੇਖਿਆ ਵੀ ਨਹੀਂ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਪਤੀ ਨੇ ਉਸ ਲੜਕੀ ਦੇ ਸਿਰ ਉੱਤੇ ਹੱਥ ਰੱਖਿਆ ਤੇ ਮੈਨੂੰ ਕਿਹਾ, ਇਸ ਨੂੰ ਆਪਣੇ ਕਮਰੇ ਵਿੱਚ ਲੈ ਜਾ। ਅਕਸਰ ਵੱਡਿਆਂ ਦੀ ਗਲਤੀ ਦੀ ਸਜ਼ਾ ਹਮੇਸ਼ਾ ਛੋਟਿਆਂ ਨੂੰ ਹੀ ਮਿਲਦੀ ਆ। ਸਾਰੀ ਰਾਤ ਉਹ ਲੜਕੀ ਰੋਂਦੀ ਰਹੀ। ਮੇਰੀ ਵੀ ਡਿਲੀਵਰੀ ਦੇ ਦਿਨ ਨੇੜੇ ਆ ਰਹੇ ਸੀ। ਘਰ ਦਾ ਮਾਹੌਲ ਬੜਾ ਹੀ ਉਦਾਸ ਸੀ, ਪਰ ਜਦੋਂ ਸਾਡੇ ਘਰ ਬੇਟਾ ਪੈਦਾ ਹੋਇਆ ਤਾਂ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ। ਮੇਰੀ ਸੱਸ ਖੁਸ਼ੀਆਂ ਵਿੱਚ ਨੱਚਦੀ ਫਿਰਦੀ ਸੀ। ਮੇਰੀ ਸੱਸ ਨੇ ਪੋਤੇ ਦਾ ਨਾਮਕਰਨ ਕਰਨਾ ਸੀ। ਉਸਨੇ ਮੈਨੂੰ ਕਿਹਾ, ਅੱਜ ਤੇਰਾ ਜੋ ਦਿਲ ਕਰੇ ਮੇਰੇ ਤੋਂ ਮੰਗ ਲਾ। ਉਦੋਂ ਮੇਰੇ ਪਤੀ ਅਤੇ ਮੈਂ ਮੇਰੀ ਸੱਸ ਦੇ ਪੈਰਾਂ ਵਿੱਚ ਬੈਠ ਕੇ ਕਿਹਾ, ਤੁਹਾਡੇ ਨਾਲ ਜੋ ਹੋਇਆ ਉਹ ਭੁੱਲ ਜਾਓ ਅਤੇ ਇਸ ਨੌਕਰਾਣੀ ਲੜਕੀ ਜਿਸ ਦਾ ਨਾਮ ਹੇਮਾ ਸੀ,
ਇਸ ਦੇ ਲਈ ਦਿਲ ਸਾਫ਼ ਕਰ ਲਓ ਤੇ ਇੱਕ ਚੰਗਾ ਜਿਹਾ ਮੁੰਡਾ ਲੱਭ ਕੇ ਉਸ ਦਾ ਵਿਆਹ ਕਰ ਦਿਓ। ਮੇਰੀ ਸੱਸ ਨੇ ਸਾਡੀ ਗੱਲ ਮੰਨ ਲਈ। ਅਸੀਂ ਉਸ ਦੇ ਲਈ ਇੱਕ ਵਧੀਆ ਮੁੰਡਾ ਲੱਭ ਕੇ ਵਿਆਹ ਕਰਕੇ ਵਿਦਾ ਕਰ ਦਿੱਤਾ। ਮੇਰੇ ਸਹੁਰਾ ਸਾਹਿਬ ਤੇ ਸੱਸ ਵੀ ਹੁਣ ਨਹੀਂ ਲੜਦੇ। ਉਹਨਾਂ ਦੀ ਲੜਾਈ ਵੀ ਮੇਰੀ ਸੱਸ ਦੇ ਪਹਿਲੇ ਪਤੀ ਕਰਕੇ ਹੀ ਹੁੰਦੀ ਸੀ। ਇਸ ਗੱਲ ਨੂੰ ਕਈ ਸਾਲ ਬੀਤ ਚੁੱਕੇ ਆ। ਅਸੀਂ ਹੁਣ ਆਪੋ ਆਪਣੇ ਘਰੇ ਬੜੀ ਖੁਸ਼ੀ ਨਾਲ ਰਹਿ ਰਹੇ ਹਾਂ। ਸੋ ਦੋਸਤੋ, ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।